वाहिगुरू जी का खालसा वाहिगुरू जी की फतेह। काफ़ी ਸਮਾਂ ਹੋ ਗਿਆ ਲਾਈਵ ਕੀਤਿਆਂ ਨੂੰ, ਸਪੈਸ਼ਲੀ ਜਿਹੜੇ ਪਈ ਇਸ਼ੂ ਦੇ ਅਸੀਂ ਅੱਜ ਗੱਲ ਕਰਨੀ ਆ। ਮੇਰਾ ਖਿਆਲ ਪਿਛਲੀ ਵਾਰੀ 26 ਜਾਂ 27 ਤਰੀਕ ਨੂੰ ਇਹਨਾਂ ਇਸ਼ੂਆਂ 'ਤੇ ਗੱਲ ਕੀਤੀ ਸੀਗੀ, ਜਨਵਰੀ ਨੂੰ, ਅਤੇ ਮੁੜ ਕੇ ਲਾਈਵ ਨਹੀਂ ਹੋਏ। ਅਤੇ ਪਿਛਲੇ 26 ਜਨਵਰੀ ਤੋਂ ਲਾ ਕੇ ਅੱਜ ਤੱਕ ਬਹੁਤ ਕੁਝ ਦੇਖਿਆ, ਬਹੁਤ ਤਰ੍ਹਾਂ ਦੇ ਖਿਆਲ ਦੇਖੇ, ਬਹੁਤ ਤਰ੍ਹਾਂ ਦੀ ਇੱਕ ਜ਼ਹਿਰ ਦੇਖੀ, ਪ੍ਰੋਪਾਗੈਂਡਾ ਜਿਹੜਾ ਭਈ IT ਸੈੱਲ ਵਾਲਿਆਂ ਨੇ ਸ਼ੁਰੂ ਕੀਤਾ ਆ। ਕਨਫਿਊਜ਼ਨ ਬਹੁਤ ਹੀ ਸੰਗਤ ਦੇ ਵਿੱਚ ਪਾਇਆ ਗਿਆ। ਮੁੜ ਕੇ ਫਿਰ ਲੋਕਾਂ ਦੇ ਮਨਾਂ ਵਿੱਚ ਸ਼ੱਕ ਪਾ ਰਹੇ ਆ ਜਿਹੜੇ ਵੀ ਸਾਡੇ ਦੁਸ਼ਮਣ ਆ, ਵੀ ਕਿਹਨੂੰ ਸਪੋਰਟ ਕਰੋ ਕਿਹਨੂੰ ਨਾ ਸਪੋਰਟ ਕਰੋ। ਜਿਹੜੀ ਸਾਡੀ ਘਰੇਲੂ ਘਰ ਦੀ ਗੱਲ ਆ ਉਹਦੇ ਵਿੱਚ ਬਾਹਰ ਲਿਆ ਕੇ ਜ਼ਹਿਰ ਪਾ ਰਹੇ ਆ। ਰਵੀ ਸਿੰਘ ਦੇ ਤੇ ਖਾਲਸਾ ਦੇ ਖਿਲਾਫ ਵੱਡੀਆਂ ਕੈਂਪੇਨਾਂ ਫਿਰ ਸ਼ੁਰੂ ਹੋਈਆਂ ਆ, ਬਾਹਰੋਂ ਵੀ ਜਿਹੜੇ ਸਾਡੇ ਦੁਸ਼ਮਣ, ਅੰਦਰੋਂ ਵੀ, ਤੇ ਪੱਗਾਂ ਬੰਨ੍ਹ ਕੇ RSS ਵਾਲੇ ਜਿਹੜੇ ਮੈਂਬਰ ਉਹਨਾਂ ਦੇ ਵੀ। ਸੋ ਹਰ ਇੱਕ ਤਰ੍ਹਾਂ ਦੇ ਅਟੈਕ, ਹਰ ਇੱਕ ਤਰ੍ਹਾਂ ਦੇ ਹਮਲੇ ਹੋ ਰਹੇ ਆ ਪੰਥ ਉੱਪਰ, ਇੰਡੀਵਿਜੂਅਲ ਲੋਕਾਂ ਉੱਪਰ, ਲੀਡਰਾਂ ਉੱਪਰ, ਸੇਵਾਦਾਰਾਂ ਉੱਪਰ। ਸੋ ਇੱਕ ਤਰ੍ਹਾਂ ਇੱਕ ਮਾਹੌਲ ਇਹ ਮਾਹੌਲ ਜਿਹਾ ਬਣ ਗਿਆ ਜਿਹੜਾ ਭਈ ਸਾਰੇ ਉੱਪਰ ਸ਼ੱਕ ਪਾਓ। ਪਰਿਵਾਰ ਇੱਕ ਦੂਜੇ ਨਾਲ ਲੜ ਰਹੇ ਆ, ਦੋਸਤ ਇੱਕ ਦੂਜੇ ਨਾਲ ਲੜ ਰਹੇ ਆ, ਡਿਬੇਟ ਹੋ ਰਿਹਾ ਆ। ਪਰ ਇਹਦੇ ਵਿੱਚ ਸਾਡਾ ਇਹ ਹਰ ਵਾਰੀ ਮੈਸੇਜ ਹੁੰਦਾ, ਸਾਡੇ ਜਿੰਨੇ ਮਰਜ਼ੀ ਸਾਡੇ ਇੱਕ ਦੂਜੇ ਨਾਲ ਕਹਿ ਲਓ ਭਈ ਫਰਕ ਪਵੇ ਸਾਡੇ ਖਿਆਲਾਂ ਦਾ, ਅਤੇ ਇਹਦਾ ਮਤਲਬ ਇਹ ਨਹੀਂ ਭਈ ਜਿਹੜਾ ਕਿਸਾਨ ਦਾ ਮੋਰਚਾ ਹੈ, ਜਿਹੜਾ ਇਸ ਵੇਲੇ ਸੰਘਰਸ਼ ਆ, ਅੰਦੋਲਨ ਹੈ, ਉਹਨੂੰ ਸਪੋਰਟ ਨਹੀਂ ਕਰਨਾ। ਸੋ ਪਹਿਲਾਂ ਤਾਂ ਮੇਰੀ ਇਹ ਬੇਨਤੀ ਹੈ, ਜੇ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਜਾਂ ਦਿੱਲੀ, ਹਰਿਆਣਾ, ਜਿੱਥੇ ਵੀ ਆ, ਟਰਾਲੀਆਂ ਭਰ ਕੇ ਜ਼ਰੂਰ ਸਪੋਰਟ ਕਰੋ ਅੰਦੋਲਨ ਨੂੰ, ਕਿਉਂਕਿ ਪੋਲੀਟੀਕਲ ਜਿਹੜੇ ਡਿਫਰੈਂਸ ਹੁੰਦੇ ਆ ਜਾਂ ਲੀਡਰਸ਼ਿਪ ਡਿਫਰੈਂਸ ਹੁੰਦੇ ਆ ਜਾਂ ਖਿਆਲ ਹੁੰਦੇ, ਉਹ ਤਾਂ ਹਰ ਵਾਰੀ ਵੱਖਰੇ ਹੁੰਦੇ। ਕਈ ਵਾਰੀ ਇਹਨਾਂ ਵਾਰੀ ਸਾਰਿਆਂ ਨਾਲ ਸਹਿਮਤ ਹੋਈਦਾ, ਪਰ ਜਿਹੜਾ ਇੱਕ ਅੰਦੋਲਨ ਹੈ ਉਹ ਪਿੱਛੇ ਨਾ ਹਟ ਜਾਵੇ। ਸੋ ਅੱਜ ਜਿਹੜੀਆਂ ਅਸੀਂ ਗੱਲਾਂ ਕਰਨੀਆਂ, ਸਵੇਰੇ ਮੇਰੀ ਗੱਲ ਹੋਈ ਸੀਗੀ ਲਾਈਵ ਸੁਖਪਾਲ ਸਿੰਘ ਖਹਿਰੇ ਹੋਣਾ ਨਾਲ ਸੀਗੇ ਜਸਟਿਸ ਰਾਜਵਿੰਦਰ ਸਿੰਘ ਹੁਣੀ, ਬੈਂਸ ਵੀ ਸੀਗੇ, ਅਤੇ ਭਾਈ ਮਨਵਿੰਦਰ ਸਿੰਘ ਵੀ ਸੀ। ਇਹਦੇ ਵਿੱਚ ਡਿਸਕਸ਼ਨ ਕੀਤੀ ਗਈ ਆ ਭਈ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਮਿਸਿੰਗ ਆ 26 ਜਨਵਰੀ ਤੋਂ, ਜਿਹੜੇ ਮਗਰੋਂ ਅਰੈਸਟ ਕੀਤੇ ਗਏ ਆ, ਜਿਨ੍ਹਾਂ ਉੱਪਰ ਸਮਨਸ ਆਏ ਆ, ਵਾਰੰਟ ਆਏ ਆ, ਜਿਹਨਾਂ ਨੂੰ ਪੁਲਿਸ ਨੇ ਫੜਿਆ ਆ, ਜਿਹੜੇ ਭਈ ਪਤਾ ਨੀਗਾ ਭਈ ਕਿੱਥੇ ਗਏ, 10-15 ਜਿਹੜੇ ਭਈ ਆਪਣੇ ਬਜ਼ੁਰਗ ਵੀ ਵਿੱਚ ਹੈਗੇ, ਨੌਜਵਾਨ ਹੈਗੇ ਜਿਹੜਾ ਮਿਸਿੰਗ ਆ। ਅਤੇ ਉਹ ਤੁਸੀਂ ਦੇਖਿਓ ਜ਼ਰੂਰ, ਸੁਖਪਾਲ ਸਿੰਘ ਖਹਿਰਾ ਜਿਹੜਾ ਭਈ ਪੇਜ ਉਹਨਾਂ ਦਾ, ਉਹਦੇ ਵਿੱਚ ਜਿਹੜੀ ਡਿਬੇਟ ਹੋਈ ਸੀਗੀ। ਸੋ ਅੱਜ ਅਸੀਂ 2-3 ਚੀਜ਼ਾਂ ਦੇ ਵਿੱਚ ਖਿਆਲ ਕਰਨਾ। ਇੱਕ ਹੈਗਾ ਆ ਭਈ 26 ਜਨਵਰੀ ਤੋਂ ਮਗਰੋਂ ਜਿਹੜੇ ਭਈ ਮੁੰਡੇ ਚੱਕ ਕੇ, ਨੌਜਵਾਨ ਤੇ ਕੁੜੀਆਂ ਚੱਕ ਕੇ ਜੇਲ੍ਹ 'ਚ ਵਾੜ ਦਿੱਤੀਆਂ, ਜਿਹਨਾਂ ਉੱਪਰ ਕੇਸ ਕੀਤੇ ਗਏ। ਜਿਹੜਾ ਮੁੰਡਾ ਨੌਜਵਾਨ ਨਵਰੀਤ ਸਿੰਘ ਸ਼ਹੀਦ ਕੀਤਾ ਗਿਆ, ਜਿਹਨੂੰ ਬਹੁਤ ਹੀ ਪ੍ਰੋਪਾਗੈਂਡਾ ਕੀਤਾ ਗਿਆ ਵੀ ਉਹਦਾ ਟਰੈਕਟਰ ਦਾ ਐਕਸੀਡੈਂਟ ਹੋਇਆ ਸੀਗਾ, ਉਹਦੇ ਗੋਲੀ ਲੱਗੀ, ਅਤੇ ਉਹਦੇ ਵਿੱਚ ਹੁਣ ਪੋਸਟਮਾਰਟਮ ਆ ਗਿਆ, ਅਤੇ ਇੰਡੀਪੈਂਡੈਂਟ ਪੋਸਟਮਾਰਟਮ, ਅਤੇ ਰਿਪੋਰਟਰ ਵੀ, ਜਰਨਲਿਸਟ ਜਿਹੜੇ ਸਿੱਖ ਵੀ ਨਹੀਂ ਗਏ, ਉਹਨੇ ਇਨਵੈਸਟੀਗੇਸ਼ਨ ਕੀਤਾ। ਉਹ ਮੁੰਡੇ ਨਵਰੀਤ ਸਿੰਘ ਦੇ ਗੋਲੀ ਲੱਗੀ ਆ, ਉਹਨੂੰ ਗੋਲੀ ਨਾਲ ਮਾਰਿਆ ਗਿਆ, ਉਹਦਾ ਖੂਨ ਕੀਤਾ ਗਿਆ, ਉਹਨੂੰ ਮਰਡਰ ਕੀਤਾ ਗਿਆ। ਸੋ ਜਿਹੜੇ ਭਈ ਐਡਵੋਕੇਟ ਬੈਂਸ ਹੋਣੀ ਆ, ਰਾਜਵਿੰਦਰ ਸਿੰਘ ਬੈਂਸ ਹੋਣੀ, ਕਾਫੀ ਸਮਝਦਾਰ ਆ, ਅਤੇ ਇੱਕ ਉਹਨਾਂ ਨੇ ਸਲਾਹ ਦਿੱਤੀ ਜਿਹੜੀ ਭਈ ਬਹੁਤ ਵਧੀਆ ਸਲਾਹ ਆ, ਅਤੇ ਉਹਦੇ ਨਾਲ ਮੈਂ ਇੱਕ ਹੋਰ ਵੀ ਚੀਜ਼ ਐਡ ਕਰੂੰਗਾ ਆਪਣੇ ਵੱਲੋਂ। ਇੱਕ ਜਿਹੜੀ ਸਲਾਹ ਆ ਭਈ ਰਿਸਪੈਕਟੇਬਲ, ਜਿਹੜੀ ਭਈ ਜੱਜ ਹੋਵੇ, ਜਿਹਦੀ ਰਿਸਪੈਕਟ ਬਹੁਤ ਆ, ਜਿਹੜਾ ਜੱਜ ਇੰਡੀਪੈਂਡੈਂਟ ਹੋਵੇ, ਰਿਟਾਇਰਡ, ਉਹਨਾਂ 2-3 ਵਕੀਲ ਰੱਖ ਕੇ ਅੰਦੋਲਨ ਦੇ ਵਿੱਚ ਨਾਲ ਇੱਕ ਉਹਨਾਂ ਦਾ ਇੱਕ ਆਫਿਸ ਹੋਣਾ ਚਾਹੀਦਾ, ਜਿੱਥੇ ਜਿਹੜੇ ਭਈ ਆਈ ਵਿਟਨੈਸ ਆ, ਜਿਨ੍ਹਾਂ ਨੇ 26 ਜਨਵਰੀ ਮਗਰੋਂ ਜਾਂ 26 ਜਨਵਰੀ ਜੋ ਹੋਇਆ,
ਕਿੱਥੇ ਹੋਇਆ, ਲਾਲ ਕਿਲੇ ਹੋਇਆ, ਲਾਗੇ ਹੋਇਆ, ਰਾਸਤੇ 'ਚ ਹੋਇਆ, ਜਿਹੜੇ ਵਿਟਨੈਸ ਆ, ਜਿਹੜੇ ਭਈ ਜਿਹਨੂੰ ਉਹ ਬਿਆਨ ਦੇ ਸਕਦੇ ਜੋ ਨਹੀਂ ਦੇਖਿਆ, ਉਹਨੂੰ ਰਿਕਾਰਡਿੰਗ ਕਰਨੀ, ਉਹਦੀ ਇਨਫੋਰਮੇਸ਼ਨ ਲਿਖਣੀ ਭਈ ਤੁਸੀਂ ਉੱਥੇ ਸੀ ਉਸ ਵੇਲੇ, ਪਰ ਤੁਸੀਂ ਦੇਖਿਆ। ਕਈ ਵਾਰੀ ਸਾਨੂੰ ਆਪ ਨਹੀਂ ਸਮਝ ਆਉਂਦੀ ਕਿ ਇੱਦਾਂ ਦੇ ਜਦੋਂ ਵੱਡੇ ਅੰਦੋਲਨ ਜਾਂ ਪ੍ਰੋਟੈਸਟ 'ਤੇ ਜਾਈਦਾ, ਜਦੋਂ ਇੱਦਾਂ ਗੱਲ ਵੱਧ ਜਾਂਦੀ ਆ, ਬਹੁਤ ਚੀਜ਼ਾਂ ਦਿਸਦੀਆਂ। ਪਰ ਜਿਹੜੇ ਬੰਦੇ ਇਹਨਾਂ ਦੇ ਵਿੱਚ ਐਕਸਪਰਟ ਹੁੰਦੇ ਆ, ਜਿਹੜੇ ਕਾਨੂੰਨੀ ਤੌਰ 'ਤੇ ਜਿਹੜੇ ਭਈ ਪਤਾ ਭਈ ਕਿੱਦਾਂ ਖੋਜ ਕਰਨੀ ਆ, ਉਹ ਫਿਰ ਆਈ ਵਿਟਨੈਸ ਜਿਹੜੇ ਭਈ ਜਿਹਨਾਂ ਨੇ ਆਪਣੀ ਅੱਖੀਂ ਦੇਖਿਆ, ਜਿਹਨਾਂ ਨੇ ਜੋ ਹੋਇਆ, ਕਿਸੇ ਨੇ ਸ਼ਾਇਦ ਕੋਈ ਪੱਥਰ ਮਾਰਿਆ ਜਾਂ ਪੁਲਿਸ ਵਾਲੇ ਨੇ ਰਫਲ ਚੱਕੀ ਕਿਸੇ ਮੂਹਰੇ, ਰਫਲ ਦੇ ਨਾਲ ਜਿੱਦਾਂ ਵੀ ਕਹਿ ਲਓ ਧਮਕੀਆਂ ਦਿੱਤੀਆਂ, ਜਾਂ ਕਹਿ ਲਓ ਕਿਸੇ ਨੂੰ ਕੁੱਟ ਘਟਾਪਾ ਇੱਕ ਪਾਸਿਓਂ ਜਾਂ ਦੂਜੇ ਪਾਸੇ ਹੋ ਰਿਹਾ, ਕਿਸੇ ਨੇ ਡਾਂਗ ਚੱਕੀ, ਕਿਸੇ ਨੇ ਗਾਲਾਂ ਕੱਢੀਆਂ, ਕਿਸੇ ਨੇ ਜਾਂ ਮਾੜਾ ਬੋਲਿਆ, ਉਹ ਹਰ ਇੱਕ ਚੀਜ਼ ਰਿਕਾਰਡਿੰਗ ਕਰਨੀ ਚਾਹੁੰਦੇ। ਜਿੱਦਾਂ ਹੁਣ ਨਵਰੀਤ ਸਿੰਘ ਆ, ਉਹਦੇ ਗੋਲੀ ਲੱਗੀ ਆ, ਜਸਟਿਸ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਕਹਿਤਾ, ਜਿਹੜੇ ਐਕਸਪਰਟ ਨੇ ਕਹਿਤਾ ਗੋਲੀ ਮੋਹਰੇ ਚੱਲੀ ਜਿੱਥੇ ਬੈਰੀਕੇਡ ਲੱਗੇ ਹੋਆ, ਔਰ ਗੋਲੀ ਵੀ ਹੈਗੀ ਆ ਵੱਡੀ ਰਫਲ ਦੀ, ਕੋਈ ਛੋਟੀ ਪਿਸਤੌਲ ਦੀ ਨਹੀਂ, ਭਈ ਛੋਟੀ ਪਿਸਤੌਲ ਹੀ ਨਹੀਂ, ਕੋਈ ਜਿਹੜਾ ਭਈ ਕਿਸਾਨ ਅੰਦੋਲਨ 'ਤੇ ਜਾ ਕੇ ਨਿੱਕੀ ਜਿਹੀ ਕੋਈ ਪਿਸਤੌਲ ਲਕੋ ਕੇ ਗੋਲੀ ਮਾਰੀ, ਉਹ ਕਹਿੰਦੇ ਗੋਲੀ ਆਈ ਆ ਵੱਡੀ ਰਫਲ ਤੋਂ, ਉਹ ਹੋ ਸਕਦੀ ਪੁਲਿਸ ਤੋਂ, ਭਈ ਮੋਹਰਿਓਂ ਜਿੱਥੋਂ ਮੋਹਰਿਓਂ ਲੱਗੀ ਉਹਦੀ ਗੋਲੀ, ਜਿੱਥੇ ਬੈਰੀਕੇਡ ਆ। ਸੋ ਕਈ ਵਾਰੀ ਸਾਡਾ ਧਿਆਨ ਨਹੀਂ ਹੁੰਦਾ, ਅਸੀਂ ਕੀ ਦੇਖਦੇ ਹਾਂ ਛੇਤੀ, ਪਰ ਜਿਹੜੇ ਭਈ ਇੱਦਾਂ ਦੇ ਬੰਦੇ ਹੁੰਦੇ ਜਿਹੜੇ ਭਈ ਕਾਨੂੰਨੀ ਤੌਰ 'ਤੇ ਐਕਸਪਰਟ ਹੁੰਦੇ, ਉਹ ਤੁਹਾਡੇ ਵਿੱਚੋਂ ਖੋਜ ਕਰਕੇ ਕੱਢ ਸਕਦੇ। ਸੋ ਸਾਨੂੰ ਬਹੁਤ ਲੋੜ ਆ ਭਈ ਰਿਟਾਇਰਡ ਇੰਡੀਪੈਂਡੈਂਟ ਹੋਵੇ, ਜਿਹੜਾ ਭਈ ਕਿਸੇ ਦੇ ਕੰਟਰੋਲ ਨਾ ਹੋਵੇ, ਕੋਈ ਪਾਰਟੀਬਾਜ਼ੀ ਦਾ ਜੱਜ ਨਾ ਹੋਵੇ, ਉਹ ਜੱਜ ਜਾ ਕੇ 2-3 ਵਕੀਲ ਹੋਣ। ਸਾਡੀ ਇਹੀ ਬੇਨਤੀ ਆ ਜਿਹੜੇ ਕਿਸਾਨ ਦੇ ਜਿਹੜੇ ਲੀਡਰਸ਼ਿਪ ਆ, ਯੂਨੀਅਨ ਲੀਡਰਸ਼ਿਪ ਆ ਅੰਦੋਲਨ ਦੇ, ਕਿਉਂਕਿ ਮੈਂ ਕੋਸ਼ਿਸ਼ ਕੀਤੀ ਬਹੁਤ ਗੱਲ ਕਰਨ ਦੀ, ਪਰ ਗੱਲ ਉਹਨਾਂ ਨਾਲ ਹੋ ਨਹੀਂ ਰਹੀ। ਤੇ ਭਾਈ ਜੋਗਿੰਦਰ ਸਿੰਘ ਉਗਰਾਹ ਨਾਲ ਮੇਰੀ ਗੱਲ ਹੋਈ ਸੀਗੀ 1.5 ਮਹੀਨਾ ਪਹਿਲਾਂ, ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ, ਉਹਨੇ ਟਾਈਮ ਕੱਢ ਕੇ ਗੱਲ ਕੀਤੀ ਸਾਡੇ ਨਾਲ। ਅਸੀਂ ਚਾਹੁੰਦੇ ਪਏ ਜਿਹੜੇ ਕਿਸਾਨ ਲੀਡਰਸ਼ਿਪ ਆ, ਇਹ ਜਿਹੜੀ ਸਲਾਹ ਲੈਣ ਜ਼ਰੂਰ ਜਸਟਿਸ ਬੈਂਸ ਤੋਂ, ਐਡਵੋਕੇਟ ਬੈਂਸ ਤੋਂ, ਭਈ ਇੱਕ ਇੰਡੀਪੈਂਡੈਂਟ ਜੱਜ ਨਾਲ ਵਕੀਲ, ਤੇ ਉਹ ਇੰਡੀਪੈਂਡੈਂਟ ਇਨਕੁਆਇਰੀ ਖੋਲ੍ਹਣ ਭਈ ਜੋ 26 ਜਨਵਰੀ ਨੂੰ ਹੋਇਆ। ਹੁਣ ਕਈ ਗੱਲਾਂ ਹੁੰਦੀਆਂ ਭਈ ਇੰਡੀਪੈਂਡੈਂਟ ਇਨਕੁਆਇਰੀ ਨਹੀਂ ਆਉਂਦੀ, ਕਿਉਂਕਿ ਉਹ ਕਹਿੰਦੇ ਸ਼ਾਇਦ ਵੀ ਸਾਡਾ ਵੀ ਵਿੱਚ ਕੁਝ ਰੋਲ ਆ ਜਾਵੇ, ਅਸੀਂ ਕੀ ਕੀਤਾ, ਸਾਡੀਆਂ ਗਲਤੀਆਂ ਨਿਕਲਣ। ਕਈ ਵਾਰੀ ਇਹ ਵੀ ਵਿੱਚ ਆ ਜਾਂਦਾ। ਅਸੀਂ ਇਹਦੇ ਵਿੱਚ ਇਹ ਨਹੀਂ ਲੱਭਦੇ ਭਈ ਕਿਹੜੀ ਗਲਤੀ ਆ, ਕਿਹੜੀ ਨਹੀਂ ਗਲਤੀ, ਕਿਉਂਕਿ ਜਿਹੜਾ ਇੱਕ ਕਮਿਸ਼ਨ ਹੁੰਦਾ ਹੈ ਇੰਡੀਪੈਂਡੈਂਟ, ਕਹਿ ਲਓ ਕਮਿਸ਼ਨ ਨੇ, ਕਹਿ ਲਓ ਭਈ ਆਈ ਵਿਟਨੈਸ ਰਿਕਾਰਡਿੰਗ ਸਟੇਟਮੈਂਟ ਹੁੰਦੀ ਆ, ਉਹਦੇ ਵਿੱਚ ਇਹ ਨਹੀਂ ਹੁੰਦਾ ਕਿਹੜੀ ਗਲਤੀ ਨਹੀਂ ਗੀ, ਉਹਦੀ ਬਸ ਰਿਕਾਰਡ ਹੀ ਕਰਨਾ, ਰੈਕੋਰਡ ਰੱਖਣਾ ਭਈ ਤੁਸੀਂ ਕੀ ਦੇਖਿਆ, ਤੁਸੀਂ ਉੱਥੇ ਸੀਗੇ, ਭਈ ਸਾਰੀ ਚੀਜ਼ ਦਾ ਇੱਕ ਰੈਕੋਰਡ ਬਣ ਜਾਵੇ। ਹੁਣ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ, ਜੋ ਪਹਿਲਾਂ ਹੁਣ 84 ਦੀ ਗੱਲ ਕਰ ਲਓ, 1984 ਮਗਰੋਂ ਸਾਡੇ ਮੁੰਡੇ ਚੱਕੇ ਗਏ, ਸਾਡੇ ਡਿਸਅਪੀਅਰੈਂਸ ਹੋਈਆਂ, ਝੂਠੇ ਮੁਕਾਬਲੇ ਕੀਤੇ ਗਏ, ਤਸ਼ੱਦਦ ਕੀਤੇ ਗਏ, ਨੌਜਵਾਨ ਵਾਪਸ ਨਹੀਂ ਘਰ ਆਏ, ਲਾਪਤਾ ਹੋ ਗਏ। ਪਰ ਉਹ ਜਦੋਂ ਅਸੀਂ ਦੇਖਦੇ ਪਈ ਕੋਈ ਰਿਕਾਰਡਿੰਗ ਕਰਨੀ ਹੋਵੇ ਇਨਫੋਰਮੇਸ਼ਨ, ਸਾਡੀ ਇਨਫੋਰਮੇਸ਼ਨ ਬਹੁਤ ਘੱਟ ਮਿਲਦੀ ਆ, ਕਿਉਂਕਿ ਜਿਹੜੇ ਭਾਈ ਬਹੁਤ ਸਾਲ ਹੋ ਗਏ, 35 ਸਾਲ ਹੋ ਗਏ, 30 ਸਾਲ ਹੋ ਗਏ, 25 ਸਾਲ ਹੋ ਗਏ, ਉਹ ਸਟੇਟਮੈਂਟਾਂ ਦੇਣ ਨੂੰ ਬਹੁਤ ਔਖਾ ਹੋ ਜਾਂਦਾ। ਤੇ ਹੁਣ ਇਸ ਵੇਲੇ ਤਾਜ਼ਾ ਸਾਰਾ ਕੁਝ ਹੋਇਆ, ਤੇ ਉੱਥੇ ਵਿਟਨੈਸ ਹੈਗੇ ਆ, ਜਿਹੜੇ ਜਿਹਨੇ ਦੇਖਿਆ, ਗਵਾਹ ਹੈਗੇ ਆ, ਵੀ ਗਵਾਹੀ ਦਊਗੇ ਆ ਕੇ ਉਹਨੇ ਕੀ ਦੇਖਿਆ, ਉਹ ਸਾਰਾ ਰਿਕਾਰਡ ਕਰ ਸਕਦੇ ਆ। ਉਹ ਜਦੋਂ ਗਵਾਹੀਆਂ ਆਉਂਦੀਆਂ ਸਾਰੇ ਪਾਸਿਓਂ ਭਈ ਅਸੀਂ ਆਹ ਦੇਖਿਆ ਤੇ ਅਸੀਂ ਉਸ ਵੇਲੇ ਇੱਥੇ ਸੀਗੇ, ਉਹ ਫਿਰ ਇੱਕ ਸਟੋਰੀ ਬਣ ਜਾਂਦੀ ਆ। ਜੇ 100 ਬੰਦਾ ਕਹਿੰਦਾ ਮੈਂ ਇੱਥੇ ਸੀਗਾ, ਮੈਂ ABC ਤੇ ਸੀਗਾ, ਜਾਂ ਮੈਂ ਦੂਜੀ ਜਗ੍ਹਾ ਤੇ ਸੀਗਾ, ਅਸੀਂ ਆਹ ਕਰਦੇ ਸੀਗੇ, ਉਹ ਸਾਰੇ ਸੇਮ ਹੀ ਕਹਿਣ ਲੱਗ ਪਏ, ਸਾਰੇ ਤਰ੍ਹਾਂ ਦੀ ਇੱਕ ਕਹਾਣੀ ਬਣ ਜਾਂਦੀ ਆ, ਕੌਣ ਕਿੱਥੇ ਸੀਗਾ, ਕਿੰਨੇ ਵਜੇ ਸੀਗੇ, ਤੇ ਉਹਦੇ ਨਾਲ ਫਿਰ ਇੱਕ ਕਹਾਣੀ, ਕਾਨੂੰਨੀ ਤੌਰ ਤੇ ਕਹਾਣੀ ਬਣ ਕੇ ਫਿਰ ਬਹੁਤ ਹੀ ਜਵਾਬ ਮਿਲ ਜਾਂਦੇ ਆ। ਤੇ ਇਹਦੇ ਵਿੱਚ ਜੋ ਅਸੀਂ 84 ਤੋਂ ਹੁਣ ਸਿੱਖਿਆ ਆ, ਭਈ ਅਸੀਂ ਹਰ ਚੀਜ਼ ਦਾ ਰੈਕੋਰਡ ਰੱਖੀਏ, ਹਰ ਚੀਜ਼ ਦੀਆਂ ਗਵਾਹੀਆਂ ਜਿੱਥੇ ਹੈ ਗਵਾਹ ਹੋਣ, ਉਹਨਾਂ ਦੀ ਇਨਫੋਰਮੇਸ਼ਨ ਲਿਖੀਏ। ਸੋ ਇਹਦੇ ਨਾਲ ਮੈਂ ਬਹੁਤ ਸਹਿਮਤ ਹਾਂ। ਇਹਨਾਂ ਨੇ ਹੋਰ ਵੀ ਗੱਲ ਕੀਤੀ ਸੀਗੀ ਕਿ ਇੱਕ ਇੰਡੀਪੈਂਡੈਂਟ ਫੰਡ, ਸੈਂਟਰਲ ਫੰਡ ਕੀਤਾ ਜਾਵੇ। ਜਿਹੜੇ ਐਡਵੋਕੇਟ ਬੈਂਸ ਹੋਣਾ ਨੇ ਗੱਲ ਕੀਤੀ ਸੀਗੀ, ਭਈ ਜਿਹੜੇ ਭਈ ਲੋਕਾਂ ਦੇ ਟਰੈਕਟਰ
ਡੈਮੇਜ ਕੀਤੇ ਗਏ, ਮੋਟਰਸਾਈਕਲ ਟਰੈਕਟਰ ਜਾਂ ਹੋਰ ਵੀ ਮਸ਼ੀਨਰੀ ਉਹਨਾਂ ਦੀ ਜਾਂ ਕਾਰਾਂ ਕੂਰਾਂ ਖਰਾਬ ਕੀਤੀਆਂ ਗਈਆਂ, ਡੈਮੇਜ ਕੀਤੀਆਂ ਗਈਆਂ, ਉਹਨਾਂ ਨੂੰ ਵੀ ਉਹਦੀ ਮਦਦ ਕਰਨੀ ਚਾਹੀਦੀ ਆ। ਸੋ ਮੁੜ ਕੇ ਫੇਰ ਗੱਲ ਇੱਥੇ ਆ ਜਾਂਦੀ ਆ, ਇੱਥੇ ਲੋਕਾਂ ਨੇ, ਪਿਛਲੇ ਗਰੁੱਪਾਂ ਨੇ, ਜਥੇਬੰਦੀਆਂ ਨੇ ਬਹੁਤ ਪੈਸਾ ਇਕੱਠਾ ਕੀਤਾ, ਮੀਡੀਆ ਨੇ, ਸਾਡੇ UK ਨੇ, ਬਾਹਰ ਵੀ ਪੈਸਾ ਬਹੁਤ ਇਕੱਠਾ ਕੀਤਾ ਅੰਦੋਲਨ ਲਈ, ਤੇ ਉਹ ਲੱਗੂਗਾ ਕਿੱਥੇ? ਕਿਉਂਕਿ ਮੈਜੋਰਿਟੀ ਜਿਹੜਾ ਜ਼ਿਆਦਾ ਤਾਂ ਖਾਣਾ ਪੀਣਾ ਤੇ ਸਮਾਨ ਸੰਗਤ ਦੇ ਰਹੀ ਆ। ਅਸੀਂ ਤਾਂ ਅਪੀਲ ਨਹੀਂ ਕੀਤੀ, ਤੋ ਜਿਹੜਾ ਲੱਖਾਂ ਤੋਂ ਲੱਖ ਡਾਲਰ ਤੇ ਪਾਉਂਡ ਇਕੱਠੇ ਕੀਤੇ ਉਹਦਾ ਵੀ ਹਿਸਾਬ ਤੁਸੀਂ ਮੰਗਣਾ। ਸੋ ਇੱਦਾਂ ਦਾ ਫੰਡ ਹੋਣਾ ਚਾਹੀਦਾ, ਇੱਕ ਸੈਂਟਰਲ, ਜਿਹੜਾ ਕੋਈ ਉਹਦੇ 5-6 ਇੰਡੀਪੈਂਡੈਂਟ ਬੰਦੇ ਹੋਣ, ਜਿਹੜੇ ਪੜ੍ਹੇ ਲਿਖੇ, ਜਿਹੜੇ ਸਾਰੇ ਰਿਸਪੈਕਟ ਕਰਦੇ ਆ, ਤੇ ਉਹ ਫੰਡ ਦੇ ਵਿੱਚੋਂ ਜਿਹਨਾਂ ਲੋਕਾਂ ਦੇ ਟਰੈਕਟਰ ਖਰਾਬ ਹੋਏ, ਟਰੈਕਟਰ ਪੁਲਿਸ ਨੇ ਡੈਮੇਜ ਕੀਤੇ ਆ, ਜਿਹੜੇ ਭੰਨ ਤੋੜ ਕੀਤੀ ਆ, ਉਹਦੀ ਮਦਦ ਕਿੱਦਾਂ ਕਰਨੀ। ਬਿਲਕੁਲ ਮੈਂ ਉਹਨਾਂ ਵੀ ਸਹਿਮਤ ਆ, ਕਿਉਂਕਿ ਪਰ ਇਹ ਤੋਂ ਵੀ ਬਚ ਕੇ ਰਹਿਣਾ ਪੈਣਾ। ਲੋਕਾਂ ਦੇ ਪੈਸੇ ਬਹੁਤ ਇਕੱਠੇ ਕਰਨੇ, ਪਰ ਉਹ ਇੱਕ ਲੀਡਰਸ਼ਿਪ ਸਾਨੂੰ ਦਿਖਾਉਣੀ ਚਾਹੀਦੀ ਆ। ਲੀਡਰਸ਼ਿਪ ਇਹ ਮਤਲਬ ਨਹੀਂ ਆ ਵੀ ਮੈਂ ਲੀਡਰ ਆ ਤੇ ਮੈਂ ਹੀ ਕਰੂੰਗਾ ਸਾਰਾ ਪੈਸਾ ਇਕੱਠਾ ਸਾਡੇ, ਨਹੀਂ। ਲੀਡਰਸ਼ਿਪ ਦਾ ਮਤਲਬ ਹੁੰਦਾ ਤੁਸੀਂ ਬੈਸਟ ਲੋਕ, ਬੈਸਟ ਜਿਹੜੇ ਬੰਦੇ ਆ ਜਾਂ ਬੀਬੀਆਂ ਜਿਹੜੀਆਂ ਭਈ ਸਾਡੇ ਕੌਮ ਦੇ ਵਿੱਚ ਆ, ਪੰਜਾਬ ਦੇ ਵਿੱਚ ਆ, ਜਿਹਨੂੰ ਕੋਈ ਲਾਲਚ ਨਹੀਂ ਚੀਜ਼ ਦਾ, ਇਕੱਠੇ ਕਰਕੇ 4-5 ਜਾਣੇ ਇੱਕ ਕਮੇਟੀ ਬਣਾਓ, ਜਿਹੜਾ ਵੀ ਸੈਂਟਰਲ ਫੰਡ ਹੋਵੇ, ਉਹ ਕੰਟਰੋਲ ਕਰਨ ਭਈ ਜਿਹੜਾ ਟਰੈਕਟਰ ਖਰਾਬ ਹੋ ਗਿਆ, ਕਾਰ ਭੰਨ ਤੋੜ ਕੀਤੀ ਪੁਲਿਸ ਨੇ, ਉਹਦੀ ਮਦਦ ਕਿੱਦਾਂ ਕਰਨੀ। ਤੇ ਦੂਜੀ ਇਹਦੇ ਵਿੱਚ ਗੱਲ ਆਉਂਦੀ ਆ, ਜਿਹੜੇ ਵੀ ਤੁਸੀਂ ਇਹ ਮੈਸੇਜ, ਮੇਰਾ ਜਿਹੜਾ ਮੈਸੇਜ ਆ ਰਿਹਾ ਨਾ, ਇਹ ਬਹੁਤ ਜ਼ਰੂਰੀ ਆ, ਤੁਸੀਂ ਇਹ ਮੈਸੇਜ ਸਾਰਿਆਂ ਨੂੰ ਸ਼ੇਅਰ ਕਰੋ। ਜਦੋਂ ਤੁਸੀਂ 26 ਤਰੀਕ ਨੂੰ ਲਾਲ ਕਿਲ੍ਹੇ ਵੱਲ ਗਏ ਜਾਂ ਕਿਤੇ ਅੰਦੋਲਨ ਤੇ ਸੀ, ਜਿੱਥੇ ਮਰਜ਼ੀ ਸੀਗੇ ਤੁਸੀਂ ਫੋਟੋਆਂ ਖਿੱਚੀਆਂ, ਉੱਥੇ ਤੁਸੀਂ ਵੀਡੀਓ ਬਣਾਏ, ਜਿਹੜੇ ਆਪਣੇ ਫੋਨ ਤੇ ਤੁਸੀਂ ਬਣਾਏ ਆ, ਸਾਨੂੰ ਜਿਹੜੇ ਭਈ ਇਹ ਨਾ ਭਈ ਲੋਕਾਂ ਦੇ ਸ਼ੇਅਰ ਕਰੀਏ, ਜਿਹੜੇ ਤੁਸੀਂ ਉਸ ਵੇਲੇ ਜਿੱਦਾਂ ਮਰਜ਼ੀ ਹੋਣ, ਟੁੱਟੇ ਫੁੱਟੇ ਹੋਣ, ਜਾਂ ਕੋਈ ਦਿਸਦਾ ਵੀ ਨਾ ਹੋਵੇ ਕੋਈ ਚੱਜ ਦਾ, ਤੁਹਾਡੇ ਵੱਲੋਂ ਭਈ ਲੱਗੇ ਭਈ ਨਹੀਂ ਇਹਦਾ ਕੋਈ ਫਾਇਦਾ ਨਹੀਂ ਹੈ, ਮੈਂ ਡਿਲੀਟ ਕਰ ਦਿੰਦਾ, ਕੋਈ ਡਿਲੀਟ ਨਾ ਕਰੋ ਚੀਜ਼। ਉਹ ਜਿਹੜੀ ਤੁਸੀਂ ਵੀਡੀਓ ਬਣਾਏ ਆ ਜ਼ਰੂਰ ਸੰਭਾਲ ਕੇ ਰੱਖੋ, ਉਹ ਵੀ ਇੱਕ ਇਤਿਹਾਸਿਕ ਤੌਰ ਤੇ ਗਵਾਹ ਆ ਭਈ ਕੀ ਹੋਇਆ ਉਸ ਵੇਲੇ। ਸੋ ਮੇਰੀ ਇਹੀ ਬੇਨਤੀ ਆ, ਮੈਂ ਅਗਲੇ 2-3 ਦਿਨ ਦੇ ਵਿੱਚ ਜਾਂ ਅੱਜ ਮੈਂ ਬੇਨਤੀ ਕਰਕੇ, ਜੇ ਸਾਡਾ ਕੋਈ ਸੈਂਟਰਲ ਨੰਬਰ ਹੈਗਾ ਆ, ਮੋਬਾਈਲ ਫੋਨ, UK ਦਾ ਹੋਵੇ, ਇੰਡੀਆ ਦਾ ਹੋਵੇ, ਇੱਥੇ ਦਾ ਹੋਵੇ, ਜਿੱਥੇ ਮਰਜ਼ੀ ਕੋਈ ਆਰਗੇਨਾਈਜੇਸ਼ਨ, ਕੋਈ ਜਥੇਬੰਦੀ ਜਿਹੜੀ ਇਹ ਚੀਜ਼ਾਂ, ਮੈਨੂੰ ਆਪ ਯਕੀਨ ਹੋਗਾ ਉਹਦੇ ਉੱਪਰ ਭਈ ਉਹ ਸੰਭਾਲ ਕੇ ਰੱਖੂਗੀ ਲੀਗਲ ਕਾਨੂੰਨੀ ਤੌਰ ਤੇ, ਉਹ ਨੰਬਰ ਅਸੀਂ ਇੱਕ ਤੁਹਾਨੂੰ ਦੇਵਾਂਗੇ। ਉਹ ਨੰਬਰ ਤੇ ਤੁਸੀਂ WhatsApp ਕਰਨਾ ਵੀਡੀਓਜ਼, ਫੋਟੋਆਂ ਤੇ ਵੀਡੀਓ ਜਿੱਦਾਂ ਦੇ ਮਰਜ਼ੀ ਹੋਣ। ਕਈ ਵਾਰੀ ਤੁਸੀਂ ਦੇਖਦੇ ਭਈ ਮੈਂ ਵੀਡੀਓ ਬਣਾਇਆ, ਉਹ ਤਾਂ ਬਸ 2-3 ਕਾਰਾਂ ਆਈਆਂ ਜਾਂ ਥੋੜਾ ਵਿੱਚ ਹੀ ਆਇਆ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹ ਫਿਰ ਸਾਰੀ ਚੀਜ਼ ਦਾ ਹੌਲੀ ਹੌਲੀ ਬਚਾ ਕੇ ਇੱਕ ਉਹ ਵੀ ਕਹਾਣੀ ਬਣ ਜਾਂਦੀ ਆ। ਕਈ ਵਾਰੀ ਸਾਨੂੰ ਚੀਜ਼ ਨਹੀਂ ਦਿਸਦੀ, ਜਿਹੜੀ ਭਈ ਪੁਲਿਸ ਨੂੰ ਜਾਂ ਇਨਵੈਸਟੀਗੇਟਰ ਨੂੰ ਜਾਂ ਕੋਈ ਜੱਜ ਨੂੰ ਜਾਂ ਕੋਈ ਵਕੀਲ ਨੂੰ ਦਿਸਦੀ ਆ। ਉਹ ਵੀਡੀਓ ਤੇ ਕਿਸੇ ਦੀ ਜਾਨ ਬਚਦੀ ਆ, ਕਿਸੇ ਦਾ ਕੋਈ ਗਵਾਹ ਬਣਦੀ ਕੋਈ ਚੀਜ਼, ਭਈ ਉਹਨੇ ਗੋਲੀ ਨਹੀਂ ਚਲਾਈ, ਇੰਨੇ ਗੋਲੀ ਚਲਾਈ ਆ, ਗੋਲੀ ਕਿੱਧਰੋਂ ਆਈ ਆ, ਜਾਂ ਲਾਠੀ ਚਾਰਜ ਕੀਤਾ ਗਿਆ, ਕਿੱਥੋਂ ਕੀਤਾ ਗਿਆ, ਜਾਂ ਪੁਲਿਸ ਨੇ ਕਿੱਥੇ ਹਮਲਾ ਕੀਤਾ, ਜਾਂ ਰਿਕਾਰਡ, ਜਾਂ ਭਈ ਕਹਿ ਲਓ ਭਈ ਉਸ ਵੇਲੇ ਉਸ ਥਾਂ ਦੇ ਉੱਪਰ ਕੀ ਹੋਇਆ। ਫਿਰ ਤੁਹਾਡੇ ਕੋਲ ਇੱਕ ਵੀਡੀਓ ਹੋਊਗਾ, ਕਿਸੇ ਦੂਜੇ ਕੋਲ ਹੋਰ ਵੀਡੀਓ ਹੋਊਗਾ, ਤੀਜੇ ਬੰਦੇ ਕੋਈ ਹੋਰ ਵੀਡੀਓ ਹੋਊਗਾ, ਉਹ 3-4-5 ਵੀਡੀਓ ਬਣਾ ਕੇ ਇੱਕ ਏਰੀਏ ਦੀ ਇੱਕ ਕਹਾਣੀ ਬਣ ਜਾਂਦੀ ਆ। ਸੋ ਤੁਸੀਂ ਇੱਕ ਕਰਨਾ, ਮੈਂ ਤੁਹਾਨੂੰ ਨੰਬਰ ਅੱਜ ਜਾਂ ਕੱਲ੍ਹ ਨੂੰ ਨੰਬਰ ਇੱਥੇ ਪਾਊਂਗਾ, 26 ਜਨਵਰੀ ਦੇ ਵੀਡੀਓ ਤੁਸੀਂ ਮੈਨੂੰ ਭੇਜ ਕੇ ਵੀ ਤੁਸੀਂ ਡਿਲੀਟ ਨਹੀਂ ਕਰਨੇ, ਤੁਸੀਂ ਇਹ ਨਹੀਂ ਮੇਰੇ ਤੇ ਭਰੋਸਾ ਰੱਖਣਾ, ਉਹ ਡਿਲੀਟ ਨਹੀਂ ਕਰਨੇ। ਅਸੀਂ ਇੱਕ ਸੈਂਟਰਲ ਬੈਂਕ ਬਣਾਵਾਂਗੇ ਇਨਫੋਰਮੇਸ਼ਨ ਦੀ, ਜਿੱਥੇ ਤੁਸੀਂ ਵੀਡੀਓ ਭੇਜੋ। ਹੁਣ ਕਈ ਆ ਸਾਡਾ ਮੈਸੇਜ ਸੁਣ ਕੇ ਘਬਰਾਊਗੇ ਭਈ ਕਿਉਂ ਵੀਡੀਓ ਇਕੱਠੇ ਕਰ ਰਹੇ ਆ, ਕਿਉਂਕਿ ਉਹਦੀ ਵੀਡੀਓ ਵਿੱਚ ਬਹੁਤ ਹੀ ਇੱਕ ਸਟੋਰੀ ਬਣ ਜਾਂਦੀ ਆ ਭਈ ਅਸਲੀਅਤ ਕੀ ਸੀ ਉਸ ਵੇਲੇ। ਸੋ ਅਸੀਂ ਕਹਿੰਦੇ ਜਿਹੜਾ ਇਹ ਵੀਡੀਓ ਆ, ਫਿਰ ਅਸੀਂ ਕਾਨੂੰਨੀ ਤੌਰ ਤੇ ਜਿੱਦਾਂ ਇੱਕ ਜਿਹੜਾ ਭਈ ਲੀਗਲ ਤੌਰ ਤੇ ਪੈਨਲ ਬਣੂਗਾ, ਅਸੀਂ ਸਾਰਾ ਕੁਝ ਉਹਨੂੰ ਦੇ ਦੇਵਾਂਗੇ, ਪਰ ਇਹ ਗਵਾਈਏ ਨਾ, ਤੁਸੀਂ ਠਹਿਰ ਲਓ। ਮੇਰੀ ਇਹ ਬੇਨਤੀ ਆ, ਜੇ ਤੁਸੀਂ ਡਿਲੀਟ ਕੀਤਾ ਟਰਾਈ ਕਰਿਓ ਮੁੜ ਕੇ ਸੇਵ ਕਰਨ ਦੀ। ਕਈ ਵਾਰੀ ਤੁਹਾਡੇ ਡਿਲੀਟਡ ਫੋਲਡਰ ਉਹ ਰਹਿੰਦੇ ਆ ਫੋਨ ਦੇ ਉੱਪਰ ਕਾਫੀ ਚਿਰ ਤੱਕ। ਸੋ ਇਹੀ ਬੇਨਤੀ ਆ, ਆਪਣੀ ਵੀਡੀਓ ਤੇ ਆਪਣੀਆਂ ਫੋਟੋਆਂ 26 ਜਨਵਰੀ ਦੀਆਂ ਡਿਲੀਟ ਨਹੀਂ ਕਰਨੀਆਂ। ਸੋ ਜਿਹੜੇ ਹੁਣ ਨਵਰੀਤ ਵਰਗਾ ਮੁੰਡਾ ਕਹਿ ਲਓ ਸ਼ਹੀਦ ਕੀਤਾ ਗਿਆ, ਗੋਲੀ ਮਾਰੀ ਗਈ,
ਉਹਦੇ ਮਾਪਿਆਂ ਨੂੰ ਵੀ ਬਹੁਤ ਦੁੱਖ ਆ। ਬਾਬੇ ਨਾਲ ਮੇਰੀ ਗੱਲ ਹੋਈ ਸੀ ਕੱਲ, ਉਹਦੀ ਸਵੇਰੇ ਭਾਈ ਸਾਹਿਬ ਨਾਲ ਗੱਲ ਹੋਈ, ਉਹਦੇ ਬਾਬਾ ਜੀ ਨਾਲ। ਬੜੇ ਪਰੇਸ਼ਾਨ ਸੀਗੇ ਵੀ ਸਾਡਾ ਹੱਥ ਜਿੱਦਾਂ ਕਾਨੂੰਨੀ ਤੌਰ 'ਤੇ ਬਹੁਤ ਘੱਟ ਹੀ ਫੜਿਆ ਗਿਆ। ਤੇ ਉਹ ਕਹਿੰਦੇ ਵੀ ਸੁਖਪਾਲ ਸਿੰਘ ਖਹਿਰਾ ਨੇ ਬਿਲਕੁਲ ਸਾਡੇ ਨਾਲ ਕਾਂਟੈਕਟ ਰੱਖਿਆ ਵੀ ਸਾਨੂੰ ਗਾਈਡੈਂਸ ਦੇ ਰਹੇ ਆ। ਤੇ ਹੋਰ ਵੀ ਹੁਣ ਅਸੀਂ ਜਥੇਬੰਦੀਆਂ ਹੁਣ ਸ਼ਾਇਦ ਮੋਹਰੇ ਆਊਗੀਆਂ ਵੀ ਮਦਦ ਕਰਨੀ ਆ। ਜਿਹਨੇ ਕੀਤੀ ਮਦਦ ਉਹਨਾਂ ਦੀ ਧੰਨਵਾਦ ਕਰਦੇ ਆ। ਪਰ ਉਹੀ ਮੁੜ ਕੇ ਫੇਰ ਗੱਲ ਆ ਜਾਂਦੀ ਘੜੀ ਘੜੀ। ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਭਈ 200 ਕਹਿ ਲਓ, ਤਕਰੀਬਨ 200 ਮੁੰਡੇ ਕੁੜੀਆਂ ਸਾਡੇ ਫੜੇ, ਕਈ ਮਿਸਿੰਗ ਆ। ਬਹੁਤ ਚਿਰ ਕੇਸ ਲੱਗੂਗੇ। ਕਈ ਵਕੀਲ ਸਾਡੇ ਹੈਗੇ ਨੌਜਵਾਨ ਕੇਸ ਲੜ ਰਹੇ ਆ, ਉਹਨਾਂ ਨੂੰ ਬਰੀ ਵੀ ਕੀਤਾ ਗਿਆ। ਤੇ ਸੌਰੀ, ਇਹਦੇ ਵਿੱਚ ਇਹ ਵੀ ਬਹੁਤ ਖੁਸ਼ੀ ਦੀ ਗੱਲ ਆ ਭਈ ਨੌਜਵਾਨ ਵਕੀਲ ਮੋਹਰੇ ਆ ਰਹੇ ਆ। ਪਰ ਅਸੀਂ ਇਹ ਨਹੀਂ ਕਹਿ ਸਕਦੇ ਭਈ ਅਸੀਂ ਉਹਨੂੰ ਨਹੀਂ ਰੈਪਰਜੈਂਟ ਕਰਨਾ, ਅਸੀਂ ਇਹਨੂੰ ਨਹੀਂ ਰੈਪਰਜੈਂਟ ਕਰਨਾ। ਸਾਰੇ ਤੁਰੇ ਸੀ ਅੰਦੋਲਨ ਲਈ, ਸਾਰਿਆਂ ਨੂੰ ਬਰਾਬਰ ਤੌਰ ਤੇ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਕੋਈ ਹੋਰ ਜਾਤ ਪਾਤ ਹੋਵੇ। ਪਰ ਉਹਨਾਂ ਦਾ ਇੱਕ ਮਕਸਦ ਸੀਗਾ ਵੀ ਅੰਦੋਲਨ ਲਈ ਉਹ ਸਪੋਰਟ ਲਈ ਤੁਰੇ ਸੀਗੇ। ਉਹਨਾਂ ਨੂੰ ਸਪੋਰਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆ। ਇਹ ਕੋਈ ਪਾਰਟੀਬਾਜ਼ੀ ਨਹੀਂ ਗੀ, ਇਹ ਕਿਸੇ ਇੱਕ ਪਾਰਟੀ ਦਾ ਨਹੀਂ, ਇੱਕ ਲੀਡਰਸ਼ਿਪ ਦਾ ਨਹੀਂ ਗਾ। ਇਹ ਸਾਰਿਆਂ ਦੀ ਜ਼ਿੰਮੇਵਾਰੀ ਆ। ਤੇ ਦੂਜੀ ਗੱਲ ਆ ਜਾਂਦੀ ਉਹਦੇ ਵਿੱਚ ਨਾਲੋਂ ਨਾਲ ਜਿਹੜੀ ਅਸੀਂ ਹੁਣ 200 ਜਿਹੜੇ ਭਈ ਨੌਜਵਾਨ ਸਾਡੇ ਤੇ ਬਜ਼ੁਰਗ ਵੀ ਜਿਹੜੇ ਜੇਲ੍ਹ 'ਚ ਵਾਲੇ ਗਏ ਆ। ਇਹਨਾਂ ਵਿੱਚ ਜਿਹੜੇ ਬਜ਼ੁਰਗ ਆ, ਮੈਨੂੰ ਪਤਾ ਹਾਲ ਤੱਕ ਭਾਈ ਜੋਰਾਵਰ ਸਿੰਘ ਵੀ ਮਿਸਿੰਗ ਆ। ਮੇਰੇ ਖਿਆਲ ਥਿੰਕ ਉਹ 80 ਸਾਲ ਦੇ ਆ। ਤੇ 84 ਮਗਰੋਂ ਵੀ ਉਹਨਾਂ ਉੱਪਰ ਬਹੁਤ ਤਸ਼ੱਦਦ ਕੀਤੇ ਗਏ ਸੀਗੇ। ਤੇ ਉਹ ਹੁਣ ਤੁਸੀਂ ਦੇਖੋ, ਸਾਨੂੰ ਅੱਜ ਵੀ ਮੇਰੀ ਜੋ ਗੱਲ ਹੋਈ ਸੀ, ਅੱਜ ਰਾਜਵਿੰਦਰ ਸਿੰਘ ਹੁਣ ਬੈਂਸ ਹੋਣਾ ਤੇ ਸੁਖਪਾਲ ਸਿੰਘ ਖਹਿਰਾ ਹੋਣਾ, ਤੇ ਉਹਦੇ ਵਿੱਚ ਵੀ ਜਿਹੜਾ ਸਾਡਾ ਡਿਬੇਟ ਹੋਇਆ ਸੀਗਾ, ਇਹਦੇ ਵਿੱਚ ਇਹੀ ਗੱਲ ਚੱਲੀ ਸੀਗੀ ਭਾਈ ਹਾਲੇ ਤੱਕ ਵੀ ਥੋੜ੍ਹੇ ਕੇਸ ਹੈਗੇ ਜਿਹੜੇ ਲਾਪਤਾ। ਅਸੀਂ 2021 ਵਿੱਚ ਹਾਂ, ਹਾਲੇ ਤੱਕ ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਠੀਕ ਹੈ ਚਲੋ ਕੋਈ ਨਹੀਂ ਮਗਰੋਂ ਗੱਲ ਕਰ ਲਵਾਂਗੇ ਜੇ ਲਾਪਤਾ ਆ। ਕਿੱਦਾਂ ਲਾਪਤਾ ਹੋ ਸਕਦੇ? ਦਿੱਲੀ ਦੇ ਵਿੱਚ, ਦਿੱਲੀ ਦੇ ਗੱਭੇ ਪੁਲਿਸ ਨੇ ਫੜ ਕੇ ਲੈ ਗਏ ਸਾਡੇ ਬਜ਼ੁਰਗ, ਸਾਡੇ ਨੌਜਵਾਨ ਤੋਂ ਮਿਸਿੰਗ ਆ 2021 ਦੇ ਵਿੱਚ। ਇਹ ਨਹੀਂ 1984 ਜਾਂ ਕੋਈ ਮੀਡੀਆ ਹੈ ਨਹੀਂਗਾ। ਜੇ ਉਹੀ ਵਿੱਚ ਆ ਜਾਂਦੀ ਗੱਲ ਵੀਡੀਓ ਦੀ ਤਾਂ ਫੋਟੋਗ੍ਰਾਫ ਦੀ, ਤੁਸੀਂ ਕੋਈ ਨਾ ਕੋਈ ਵੀਡੀਓ ਬਣਾਇਆ ਹੋਵੇਗਾ, ਕੋਈ ਫੋਟੋ ਬਣਾਇਆ ਹੋਵੇਗਾ, ਸ਼ਾਇਦ ਉਹਦੀ ਅਰੈਸਟ ਵਿੱਚ ਆਊਗੀ, ਬੰਦੇ ਨੂੰ ਫੜਦੇ ਆਂਦੀ ਜਿਹੜੇ ਮੁੰਡੇ ਮਿਸਿੰਗ ਆ ਜਾਂ ਬਜ਼ੁਰਗ ਮਿਸਿੰਗ ਆ। ਪਰ ਹੈਰਾਨਗੀ ਦੀ ਗੱਲ ਆ ਵੀ ਅਸੀਂ ਇੱਥੇ ਬੈਠੇ ਹਾਂ, ਇੰਨੀ ਟੈਕਨੋਲੋਜੀ, ਇੰਨੇ ਵੱਡੇ CCTV ਲੱਗੇ ਹੋ, ਕੈਮਰੇ ਲੱਗੇ ਹੋ ਆ, ਸਾਰਿਆਂ ਕੋਲ ਹਰ ਚੀਜ਼ ਆ, ਪੁਲਿਸ ਕੋਲ ਹਰ ਤਰ੍ਹਾਂ ਦਾ ਰੈਕੋਰਡ ਆ। ਉਹ ਸਾਨੂੰ ਕਹਿ ਰਹੇ ਪੁਲਿਸ ਵਾਲੇ ਭਈ ਬੰਦੇ 15 14 15 ਮਿਸਿੰਗ ਆ। ਪਰ ਜਦੋਂ ਲੱਖਾ ਜਾਂ ਦੀਪ ਨੂੰ ਲੱਭਣਾ ਹੋਵੇ, ਸਾਰੀ ਫੌਜ ਪਿੱਛੇ ਲਾ ਦਿੰਦੇ, ਸਾਰੀ ਫੋਰਸ ਇਹਨਾਂ ਦੋਵਾਂ ਲੱਭਣ ਨੂੰ। ਪਰ ਜਦੋਂ ਸਾਡੇ ਨੌਜਵਾਨ ਤੇ ਸਾਡੇ ਬਜ਼ੁਰਗ ਜਿਹੜੇ ਦਿੱਲੀ ਗਏ ਮਜਹਿਰੇ ਤੇ, ਉਹਦਾ ਕੋਈ ਦੋਸ਼ ਨਹੀਂ ਸੀਗਾ, ਬਸ ਮਜਹਿਰੇ ਤੇ ਗਏ, ਉਹਨੂੰ ਕਹੀ ਜਾਂਦੇ ਅਸੀਂ ਮਿਸਿੰਗ ਆ। ਉਹ ਕਹੀ ਜਾਂਦੇ ਵਾਪਸ ਹਾਂ ਮਿਸਿੰਗ ਆ, ਪਰ ਸਾਨੂੰ ਪਤਾ ਨਹੀਂ ਕਿੱਥੇ ਆ, ਲੱਭ ਲਓ ਜਾ ਕੇ। ਪਰ ਦੂਜੇ ਪਾਸੇ ਕਹਿ ਲਓ ਦੀਪ ਜਾਂ ਲੱਖੇ ਜਾਂ ਹੋਰ ਜਿਹੜੇ ਸਾਡੇ ਨੌਜਵਾਨ ਆ, ਜਿਹਨਾਂ ਦੀਆਂ ਫੋਟੋਆਂ ਲਾਈਆਂ, ਲਿਖਿਆ ਵਾਂਟਡ, ਜਲੰਧਰ ਜਾ ਕੇ, ਪੰਜਾਬ ਜਾ ਕੇ ਛਾਪੇ ਮਾਰ ਰਹੇ 3-3 ਵਜੇ ਸਵੇਰ ਨੂੰ, ਤੜਕੇ ਨੂੰ। ਪਰ ਸਾਡੇ ਜਿਹੜੇ ਮਿਸਿੰਗ ਆ, ਅਸੀਂ ਆਪ ਲੱਭੀਏ ਜਾ ਕੇ। ਦਿੱਲੀ ਦੇ ਗੱਭੇ ਜਾ ਕੇ ਸਾਡੇ ਨੌਜਵਾਨ ਤੇ ਬਜ਼ੁਰਗ ਮਿਸਿੰਗ ਹੋ ਗਏ, ਉਹਦੀ ਦੇਖਭਾਲ ਨਹੀਂ ਕਰਨੀ, ਉਹਨੂੰ ਲੱਭਣਾ ਨਹੀਂਗਾ। ਉਹ ਸਾਡੀ ਜੀ ਸਾਰੇ ਬਣ ਗਈ। ਪਰ ਜਿਹੜੇ ਵਾਂਟਡ ਆ, ਜਿਨ੍ਹਾਂ ਦੇ ਪੋਸਟਰ ਲਾਏ ਹੋ ਆ, ਉਹਨੂੰ ਲੱਭਣ ਦੀ ਸਾਰੀ ਪੁਲਿਸ ਲਾਤੀ ਪਿੱਛੇ। ਤਾਂ ਇਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਅਰੈਸਟ ਦੀ, ਆ ਪਿਛਲੇ ਹਫ਼ਤੇ ਦੀ ਗੱਲ ਆ, ਸਾਡੇ ਬਜ਼ੁਰਗ ਜਿਹੜੇ 80 ਸਾਲ ਦੇ 2 ਜਣੇ ਬਾਹਰ ਆਏ ਸੀਗੇ, ਜਿਹੜੇ ਨੇ ਦੱਸਿਆ ਵੀ ਸਾਨੂੰ ਫੜ ਲਿਆ, ਸਾਨੂੰ ਰੋਟੀ ਪ੍ਰਸ਼ਾਦੇ ਛਕਦੇ ਨੂੰ ਫੜ ਲਿਆ ਤੇ ਸਾਨੂੰ ਪੁਲਿਸ ਲੈ ਗਈ। ਇਹ ਸਾਡੇ ਬਜ਼ੁਰਗ ਆ ਜਿਹੜੇ ਭਈ ਫੌਜ 'ਚ ਵੀ ਰਹੇ ਆ, ਦੇਸ਼ ਲਈ ਵੀ ਲੜੇ ਆ। ਉਹਨਾਂ ਨੇ ਜਾ ਕੇ ਜੇਲ੍ਹ 'ਚ ਜਾ ਕੇ ਨੰਗੇ ਕਰਕੇ ਕੁੱਟਿਆ, ਉਹਨਾਂ ਨੂੰ ਗੰਦ-ਬੰਦ ਬੋਲਿਆ।
ਉਹਨਾਂ ਦੀ ਕੀ ਗਲਤੀ ਸੀ? ਤੇ ਸਾਨੂੰ ਕਹਿੰਦੇ ਨਿਸ਼ਾਨ ਸਾਹਿਬ ਲਾਤਾ ਜੀ ਉੱਪਰ, ਅਸੀਂ ਮਾਫੀ ਮੰਗਦੇ ਆ, ਸਾਨੂੰ ਮਾਫ ਕਰ ਦਿਓ, ਨਿਸ਼ਾਨ ਸਾਹਿਬ ਲਾਤਾ। ਪਰ ਜਦੋਂ ਸਾਡੇ ਬਜ਼ੁਰਗਾਂ ਦੇ ਉੱਪਰ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ, ਬਾਰਡਰ ਜਾ ਕੇ ਲੜੇ ਆ, ਨੰਗੇ ਕਰਕੇ ਕੁੱਟੇ ਆ, ਗਾਲਾਂ ਕੱਢੀਆਂ ਇਹਨੇ ਬਜ਼ੁਰਗਾਂ ਨੂੰ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਕੀ ਦਿਸਿਆ? ਉਹਨਾਂ ਨੂੰ ਇਹ ਨਹੀਂ ਦਿਸਿਆ ਭਈ ਇਹ ਸਾਡੇ ਇਹ ਫੌਜੀ ਆ, ਇਹ ਜਾ ਕੇ ਲੜਿਆ। ਉਹਨਾਂ ਨੂੰ ਸਿੱਖ ਦਿਸੇ ਆ, ਉਹਨਾਂ ਨੂੰ ਸਿੱਖ ਦਿਸੇ ਆ, ਪੱਗਾਂ ਦਾੜੀਆਂ ਬਜ਼ੁਰਗ। ਤੇ ਅਸੀਂ ਦੂਜੇ ਪਾਸੇ ਕਹੀ ਜਾਂਦੇ ਨਹੀਂ ਨਹੀਂ ਕੁਛ ਨਹੀਂ, ਨਹੀਂ ਅਸੀਂ ਬਹੁਤ ਮਾਫ ਕਰ ਦਿਓ ਸਾਨੂੰ ਜੋ ਹੋਇਆ ਇੱਦਾਂ ਕੀ। ਹਾਂਜੀ ਵਿੱਚੋਂ ਇੰਟਰਨੈਟ ਮੜ ਜਿਹਾ ਚੱਲ ਗਿਆ ਸੀਗਾ, ਪਰ ਸਾਨੂੰ ਇੱਦਾਂ ਉਹ ਬਜ਼ੁਰਗਾਂ ਦੀ ਦੇਖੋ ਕੋਈ ਰਿਸਪੈਕਟ ਨਹੀਂ ਕੀਤੀ, ਕੋਈ ਇੱਜ਼ਤ ਨਹੀਂ ਕੀਤੀ। ਤਾਂ ਅਸੀਂ ਡਰਦੇ ਹਾਂ ਵੀ ਅਸੀਂ ਨਿਸ਼ਾਨ ਸਾਹਿਬ ਦਾ ਕੋਈ ਲਾ ਦਿੱਤਾ ਤੇ ਕੋਈ ਧਾਰਮਿਕ ਇਸ਼ੂ ਬਣ ਗਿਆ। ਉਹਨਾਂ ਨੂੰ ਦਿਸਦੇ ਹੀ ਆ ਅਸੀਂ ਸਿੱਖ, ਪਹਿਲਾਂ ਸਿੱਖ ਦਿਸਦੇ ਉਹਨਾਂ ਨੂੰ, ਬਾਕੀ ਜੋ ਮਰਜ਼ੀ ਤੁਸੀਂ ਕਰ ਲਓ, ਕੋਈ ਰਿਸਪੈਕਟ ਨਹੀਂ। ਜੇ ਸਾਡੇ ਬਜ਼ੁਰਗਾਂ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ, ਨੰਗੇ ਕਰਕੇ ਕੁੱਟਿਆ, ਅਸੀਂ ਤਾਂ ਵੀ ਕਹੀ ਜਾਂਦੇ ਆ ਨਹੀਂ ਨਹੀਂ ਸਾਨੂੰ ਮਾਫ ਕਰ ਦਿਓ, ਸਾਨੂੰ ਮਾਫ ਕਰ ਦਿਓ। ਕਿਹੜੀ ਚੀਜ਼ ਦੀ ਅਸੀਂ ਮਾਫੀ ਮੰਗੀ ਜਾਂਦੇ ਆ? ਕੋਈ ਜ਼ਮੀਰ ਹੁੰਦੀ ਆ ਕਿਸੇ ਦੀ ਨਾ, ਸਾਡੀ ਜ਼ਮੀਰ ਕਿੱਥੇ ਗਈ ਆ? ਸਾਡੇ ਬਜ਼ੁਰਗਾਂ ਨੂੰ ਨੰਗੇ 84 ਮਗਰੋਂ ਪਿੰਡਾਂ ਜਾ ਕੇ ਦੇਖੋ, ਮਾਝੇ ਵੱਲ ਜਾ ਕੇ ਦੇਖੋ, ਪਿੰਡਾਂ ਪੰਜਾਬ ਜਾ ਕੇ ਦੇਖੋ, ਸਾਡੇ ਮੁੰਡਿਆਂ ਦੇ ਮਾਪਿਆਂ ਨੂੰ ਨੰਗੇ ਕਰਕੇ ਕੁੱਟਿਆ। ਸਾਡੇ ਕੋਲ ਹੈਗੀਆਂ ਟੈਸਟਮੈਂਟ ਇੱਥੇ ਜਿਹੜੀਆਂ ਸਾਡੀਆਂ ਮਾਤਾ ਜੀ ਆ ਜੇ ਸ਼ਹੀਦ ਪਰਿਵਾਰਾਂ ਦੇ ਆ, ਉਹਨਾਂ ਨੂੰ ਪੁੱਛੋ ਜਦੋਂ ਉਹਨਾਂ ਦੇ ਮੁੰਡਿਆਂ ਦੀ ਪੁੱਛਗਿੱਛ ਹੁੰਦੀ ਸੀ ਆ ਕੇ ਤੁਹਾਡੇ ਮੁੰਡੇ ਕਿੱਥੇ ਆ, ਉਹਨਾਂ ਨੂੰ ਵੀ ਨੰਗਾ ਕੀਤਾ ਗਿਆ। ਤਾਂ ਅਸੀਂ ਘੜੀ ਘੜੀ ਬਸ ਮਾਫੀ ਮੰਗਣ ਵਾਲੇ ਰਹਿ ਗਏ। ਕਿੱਥੇ ਗਏ, ਕਿੱਥੋਂ ਆ ਗਏ ਪਤਾ ਨਹੀਂ ਮੈਨੂੰ। ਅਸੀਂ ਬਸ ਕਿਹੜੀ ਚੀਜ਼ ਦੀ ਮਾਫੀ ਘੜੀ ਘੜੀ ਮੰਗੀ ਜਾਂਦੇ। ਇੱਕ ਪਾਸਿਓਂ ਸਾਡੇ ਪ੍ਰੈਜ਼ੀਡੈਂਟ ਦੇ ਹਮਲੇ, ਦੂਜੇ ਪਾਸੇ ਦੀ ਮਾਫੀ ਮੰਗੀ ਜਾਣੀ। ਬੜਾ ਗੁੱਸਾ ਆਉਂਦਾ। ਜਿਹੜੇ ਬੰਦੇ ਕੋਈ ਗਲਤ ਕੰਮ ਕੀਤਾ ਹੋਵੇ ਉਹ ਮਾਫੀ ਮੰਗਦੇ ਘੜੀ ਘੜੀ। ਉਹ ਬਜ਼ੁਰਗਾਂ ਨੇ ਕੁਛ ਕੀਤਾ ਨਹੀਂ ਗਲਤ, ਪੁੱਛ ਲਾ ਜਾ ਕੇ। ਬਜ਼ੁਰਗਾਂ ਨੇ ਲੰਗਰ ਛਕਦੇ ਚੱਕ ਕੇ ਲੈ ਗਏ, ਉੱਥੇ ਜੇਲ੍ਹ ਦੇ ਵਿੱਚ ਕੁੱਟ ਕੇ, ਤਸ਼ੱਦਦ ਕਰਕੇ, ਮਾੜੇ ਲਫ਼ਜ਼ ਬੋਲ ਕੇ ਉਹਨੂੰ ਬੰਦ ਕੀਤਾ ਗਿਆ। ਸੋ ਸਾਨੂੰ ਇਹੀ ਬੇਨਤੀ ਆ ਵੀ ਜਿਹੜੇ ਭਾਈ ਕਿਸਾਨ ਲੀਡਰਸ਼ਿਪ ਆ, ਜੋ ਜਸਟਿਸ ਜਿਹੜੇ ਭਾਈ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਹੋਣਾ ਨੇ ਸਲਾਹ ਦਿੱਤੀ ਆ ਭਾਈ ਜਿਹੜਾ ਇੱਕ ਰਿਟਾਇਰਡ ਇੰਡੀਪੈਂਡੈਂਟ ਜੱਜ, ਜਿਹੜਾ ਭਾਈ ਕਿਸੇ ਨਾਲ ਸੰਬੰਧ ਨਾ ਹੋਵੇ ਪਾਰਟੀਬਾਜ਼ੀ ਦੇ ਨਾਲ ਜਾਂ ਗਰੁੱਪ ਦੇ ਨਾਲ, 2-3 ਵਕੀਲ ਹੋਣ, ਫੁੱਲ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ 26 ਜਨਵਰੀ ਨੂੰ ਕੀ ਹੋਇਆ। ਤੇ ਨਾਲੋਂ ਨਾਲ ਇਹਦੇ ਵਿੱਚ ਜਿਹੜੇ ਭਾਈ ਜਿਹੜੇ ਗਵਾਹ ਆ ਉਸ ਵੇਲੇ, ਉਹਦੀ ਸਟੇਟਮੈਂਟਾਂ ਸਾਰਿਆਂ ਦੀਆਂ 1000 ਹੋਣ, 2000 ਹੋਣ, 20000 ਹੋਣ, 25000, ਜਿਹੜੀ ਮਰਜ਼ੀ ਸਟੇਟਮੈਂਟਾਂ ਹੋਣ, ਉਹ ਰਿਕਾਰਡ ਕੀਤੀਆਂ ਜਾਣ। ਉਹ ਬਹੁਤ ਜ਼ਰੂਰੀ ਆ। ਸਾਡੇ ਵੱਲੋਂ ਜੋ ਮਦਦ ਚਾਹੀਦੀ ਅਸੀਂ ਕਰਾਂਗੇ। ਇਹ ਬਹੁਤ ਜ਼ਰੂਰੀ ਆ ਵੀ ਅਸੀਂ ਇਹ ਇਨਫੋਰਮੇਸ਼ਨ ਜਿਹੜੇ ਗਵਾਹ ਆ ਰਿਸਪੈਕਟ ਕਰੀਏ, ਰਿਕਾਰਡ ਕਰੀਏ। ਸੋ ਤੁਹਾਡਾ ਬਹੁਤ ਧੰਨਵਾਦ। ਗੱਲਾਂ ਤਾਂ ਬਹੁਤ ਪਈਆਂ, ਪਰ ਮੇਰਾ ਆਖਰੀ ਮੈਸੇਜ ਇਹੀ ਆ ਜਿਹੜਾ ਮੈਂ ਪਹਿਲਾਂ ਕਿਹਾ ਸੀ, ਜਿੰਨੇ ਮਰਜ਼ੀ ਕਿਸੇ ਨਾਲ ਸਾਡੇ ਡਿਫਰੈਂਸ ਹੋਣ, ਅੰਦੋਲਨ ਨੂੰ ਸਪੋਰਟ ਕਰੋ। ਪੰਜਾਬ ਤੋਂ ਜਿੱਥੋਂ ਮਰਜ਼ੀ ਟਰਾਲੀਆਂ ਭਰ ਕੇ ਲੈ ਕੇ ਜਾਓ, ਇਹ ਅੰਦੋਲਨ ਚੜ੍ਹਦੀ ਕਲਾ ਰਹੇ। ਮੈਨੂੰ ਇਹ ਵੀ ਪਤਾ ਆ ਬਈ ਸਾਡੇ ਖਿਲਾਫ ਵੀ ਗੱਲਾਂ ਕੀਤੀਆਂ ਜਾਂਦੀਆਂ ਵੀ ਰਵੀ ਸਿੰਘ ਗਦਾਰ ਆ, ਕਿਉਂਕਿ ਮੈਂ ਕਹਿੰਦਾ ਵੀ ਨੌਜਵਾਨਾਂ ਨੂੰ ਨਾਲ ਰੱਖੋ। ਮੇਰੇ ਸਾਰੇ ਵੀਡੀਓ ਇਹੀ ਆ ਭਈ ਨੌਜਵਾਨ ਤੇ ਸਾਡੀ ਲੀਡਰਸ਼ਿਪ ਜਿੱਥੇ ਮਰਜ਼ੀ ਹੋ ਜਾਏ, ਭਈ ਯੂਨੀਅਨ ਲੀਡਰਸ਼ਿਪ ਹੋਵੇ ਜਾਂ ਸਾਡੀ ਪੰਥਕ ਲੀਡਰਸ਼ਿਪ ਹੋਵੇ, ਜਿਹੜੀ ਮਰਜ਼ੀ ਲੀਡਰਸ਼ਿਪ ਹੋਵੇ, ਉਹ ਜ਼ਰੂਰ ਨੌਜਵਾਨ ਨੂੰ ਨਾਲ ਰੱਖਣ, ਕਿਉਂਕਿ ਉਹ ਗਾਈਡੈਂਸ ਦੇ ਸਕਦੇ, ਉਹਨਾਂ ਨੂੰ ਦਿਖਾ ਸਕਦੇ ਰਸਤਾ, ਸਲਾਹ ਦੇ ਸਕਦੇ। ਸ਼ਾਇਦ ਕੋਈ ਬੈਠ ਕੇ ਗੱਲ ਕਰੇ ਕਿਸੇ ਨਾਲ, ਨੌਜਵਾਨ ਨਾਲ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਉਹ ਸ਼ਾਇਦ ਨਾ ਕੁਛ ਕਰਨ, ਇਹ ਦੂਜੇ ਪਾਸੇ ਨਾ ਜਾਣ, ਕਿਉਂਕਿ ਉਸ ਬਜ਼ੁਰਗਾਂ ਦੀ ਸਲਾਹ ਲੈਣ।
ਜਦੋਂ ਅਸੀਂ ਠੋਕਰ ਮਾਰੀ ਦੀ ਆ ਤੇ ਉਹ ਫਿਰ ਬੰਦੇ ਫਿਰ ਠੋਕਰ ਜੋ ਲੱਗਦੀ ਆ ਉਹ ਫਿਰ ਨਹੀਂ ਰਹਿੰਦੇ ਨਾਲ, ਉਹ ਫਿਰ ਕਹਿੰਦੇ ਜੋ ਮਰਜ਼ੀ ਕਰੀਏ, ਕਿਉਂਕਿ ਹੁਣ ਤਾਂ ਸਾਨੂੰ ਪਹਿਲਾਂ ਠੋਕਰ ਮਾਰ ਦਿੱਤੀ ਆ। ਸੋ ਤੁਹਾਡਾ ਬਹੁਤ ਧੰਨਵਾਦ। ਮੈਂ ਜਸਟਿਸ ਰਾਜਵਿੰਦਰ ਸਿੰਘ ਬੈਂਸ ਹੋਣਾ ਦਾ, ਸੁਖਪਾਲ ਸਿੰਘ ਖਹਿਰਾ ਦਾ ਪਈ, ਮਨਵਿੰਦਰ ਸਿੰਘ ਹੋਣਾ ਦਾ ਪਈ ਬਹੁਤ ਧੰਨਵਾਦੀ ਹਾਂ ਡਿਸਕਸ਼ਨ ਦਾ। ਉਹਨਾਂ ਦੇ ਪੇਜ ਤੇ ਜਿਹੜਾ ਸੁਖਪਾਲ ਸਿੰਘ ਖਹਿਰਾ ਤੇ ਹੋਇਆ ਸੀ ਅੱਜ, ਜਸਟਿਸ ਮੈਂ ਜਸਟਿਸ ਕਹੀ ਜਾਂਦਾ, ਐਡਵੋਕੇਟ ਬੈਂਸ ਹੋਣੀ ਸਲਾਹ ਬਹੁਤ ਚੰਗੀ ਆ। ਮੈਂ ਮੇਰੀ ਸਾਡੀ ਆਸ ਆ ਵੀ ਸਲਾਹ ਕਿਸਾਨ ਲੀਡਰਸ਼ਿਪ ਇਹਨਾਂ ਦੀ ਲਊਗੀ ਤੇ ਰਿਟਾਇਰਡ ਜੱਜ ਇੰਡੀਪੈਂਡੈਂਟ ਇਨਕੁਆਇਰੀ 26 ਨੂੰ ਕੀ ਹੋਇਆ, ਫੁੱਲ ਇਨਕੁਆਇਰੀ ਇੰਡੀਪੈਂਡੈਂਟ, ਤੇ ਨਾਲੋਂ ਨਾਲ ਜਿਹੜੇ ਵੀ ਗਵਾਹ ਸੀਗੇ ਉਹਨਾਂ ਦੀ ਵਿਟਨੈਸ ਸਟੇਟਮੈਂਟ ਰਿਕਾਰਡ ਕੀਤੀ ਜਾਊਗੀ। ਸੋ ਚੜ੍ਹਦੀ ਕਲਾ 'ਚ ਰਹੋ, ਇੱਕ ਦੂਜੀ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੋ। ਨੌਜਵਾਨ ਤੇ ਜਿਹੜੀ ਵੀ ਜਿੱਥੇ ਵੀ ਮਾੜੀ ਲੀਡਰਸ਼ਿਪ ਹੋਵੇ ਇਕੱਠੇ ਰਹਿਣ, ਗੱਲਬਾਤ ਕਰਨ, ਕਮਿਊਨੀਕੇਸ਼ਨ ਦੀਆਂ ਲਾਈਨਾਂ ਖੁੱਲੀਆਂ ਹੋਣ ਹਰ ਵਾਰੀ। ਤੇ ਜੋ ਵੀ ਵਿੱਚ ਸਾਡੇ ਵਿੱਚ ਫੁੱਟ ਪਾ ਰਹੇ ਆ, ਤੁਸੀਂ ਉਹਨਾਂ ਦੇ ਸ਼ਿਕਾਰ ਨਾ ਹੋਵੋ, ਕਿਉਂਕਿ ਜਿਹਨਾਂ ਨੇ ਫੁੱਟ ਪਾਉਣਾ ਆ ਉਹਨੇ ਅੰਦੋਲਨ ਤੋੜਨਾ ਆ ਤੇ ਉਹਨਾਂ ਦੇ ਕਾਮਯਾਬ ਹੋਣਾ ਜਦੋਂ ਫੁੱਟ ਪੈ ਗਈ। ਤੇ ਯੂਨਿਟੀ, ਇਕੱਠ, ਇੱਕ ਜਿਹੜਾ ਵੀ ਸਾਡਾ ਇਕੱਠ ਆ, ਇੱਕ ਬਹੁਤ ਤਾਕਤ ਆ ਇਕੱਠ ਦੇ ਵਿੱਚ। ਇਹ ਨਹੀਂ ਭਈ ਅੱਜ ਮੈਂ ਗਲਤੀ ਕਰ ਦਿੱਤੀ ਮੈਂ ਕੱਲ ਨੂੰ ਨਹੀਂ ਕਹਿ ਸਕਦਾ ਠੀਕ ਹੈ ਮੈਂ ਗਲਤੀ ਕਰਤੀ। ਸਾਡੀ ਆਦਤ ਇਹੀ ਆ ਪਰਸਨਲੀ, ਅਸੀਂ ਆਪਣੇ ਨੂੰ ਕੁਛ ਨਹੀਂ ਸਮਝਦੇ। ਜਦੋਂ ਗਲਤ ਕੰਮ ਕਰਦੇ ਹਾਂ ਜਾਂ ਮਿਸਟੇਕ ਕੋਈ ਗਲਤੀ ਕਰਦੇ ਹਾਂ, ਅਸੀਂ ਪਹਿਲਾਂ ਕਹਿੰਦੇ ਅਸੀਂ ਗਲਤੀ ਕੀਤੀ ਆ, ਦੱਸੋ ਅਸੀਂ ਕਿੱਦਾਂ ਠੀਕ ਕਰ ਸਕਦੇ ਹਾਂ। ਕੋਈ ਇੰਨਾ ਵੱਡਾ ਇਨਸਾਨ ਨਹੀਂਗਾ ਜਿਹੜਾ ਕੋਈ ਗਲਤੀ ਨਹੀਂ ਕਰਦਾ, ਕੋਈ ਇੰਨਾ ਵੱਡਾ ਲੀਡਰ ਨਹੀਂਗਾ ਜਿਹੜਾ ਗਲਤੀ ਨਹੀਂ ਕਰਦਾ। ਤੇ ਸਾਰਾ ਤੋਂ ਜੋ ਇੱਕ ਬਹੁਤ ਜ਼ਰੂਰੀ ਚੀਜ਼ ਆ, ਸੰਗਤ ਤੋਂ ਵੱਡਾ ਕੋਈ ਨਹੀਂਗਾ, ਸੰਗਤ ਤੋਂ ਵੱਡਾ ਕੋਈ ਨਹੀਂਗਾ। ਸਾਰੇ ਅਸੀਂ ਇਸ ਲੈਵਲ ਤੇ ਆ, ਸੰਗਤ ਇੱਥੇ ਆ। ਸੋ ਤੁਹਾਡਾ ਬਹੁਤ ਧੰਨਵਾਦ ਤੇ ਫਿਰ ਅਸੀਂ ਗੱਲਬਾਤ ਕਰਾਂਗੇ ਥੋੜ੍ਹੇ ਚਿਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।